ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਨਮ ਸਾਖੀ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ। ਬਾਬਾ ਜੀ ਦਾ ਗੁਰੂ ਘਰ ਵਿੱਚ ਸਤਿਕਾਰ, ਗੁਰੂ ਅੰਗਦ ਦੇਵ ਜੀ ਦਾ ਪਿਆਰ। ਭਾਵੇਂ ਸ੍ਰੀ ਗੁਰੂ ਨਾਨਕ ਦੇਵ ਪਿਤਾ ਜੀ ਨੇ ਭਾਈ ਲਹਿਣੇ ਜੀ ਦੀ ਸੇਵਾ 'ਤੇ ਪ੍ਰਸੰਨ ਹੋ ਕੇ ਗੁਰਗੱਦੀ ਬਖਸ਼ ਹੀ ਦਿੱਤੀ ਸੀ ਤੇ ਗੁਰੂ ਅੰਗਦ ਦਾ ਖਿਤਾਬ ਵੀ ਦੇ ਦਿੱਤਾ ਸੀ, ਤਾਂ ਵੀ ਗੁਰੂ ਅੰਗਦ ਦੇਵ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਚਿੱਤ ਲਾਈ ਹੀ ਰੱਖਦੇ ਸਨ। ਜਦ ਬਾਬਾ ਜੀ ਕੁਝ ਨਾਰਾਜ਼ਗੀ ਦੇ ਕਾਰਨ ਟਾਹਲੀ ਸਾਹਿਬ ਵਿਖੇ ਆਣ ਬੈਠੇ ਸਨ, ਤਾਂ ਵੀ ਗੁਰੂ ਅੰਗਦ ਦੇਵ ਜੀ ਦਰਸ਼ਨਾਂ ਨੂੰ ਆਇਆ ਕਰਦੇ ਸਨ ਅਤੇ ਸੇਵਾ ਭਾਵਨਾ ਕਰਕੇ ਜਾਇਆ ਕਰਦੇ ਸਨ। ਬਾਬਾ ਸ਼੍ਰੀ ਚੰਦ ਜੀ ਦੇ ਸਤਸੰਗ ਵਿੱਚ ਹਾਜ਼ਰੀ ਭਰਦੇ ਰਹਿੰਦੇ ਸਨ। ਗੁਰੂ ਅਮਰਦਾਸ ਜੀ ਬਾਰਠ ਸਾਹਿਬ ਪੁੱਜੇ। ਸ੍ਰੀ ਗੁਰੂ ਅਮਰਦਾਸ ਜੀ ਨੂੰ ਪਹਿਲੇ ਹੀ ਤੀਰਥ ਯਾਤਰਾ ਕਰਨ ਦਾ ਬੜਾ ਉਤਸ਼ਾਹ ਤੇ ਸ਼ੌਂਕ ਸੀ। 20 ਵਾਰੀ ਨੰਗੇ ਪੈਰੀ ਚੱਲ ਕੇ ਗੰਗਾ ਦੇ ਇਸ਼ਨਾਨ ਕਰ ਚੁੱਕੇ ਸਨ। ਹੁਣ ਗੱਦੀ 'ਤੇ ਬਿਰਾਜਮਾਨ ਹੋ ਕੇ ਵੀ ਤੀਰਥ ਕਰਨ ਦੀ ਭਾਵਨਾ ਹੋ ਗਈ। ਨਾਲ ਆਪਣੇ ਸਾਹਿਬਜ਼ਾਦੇ ਨੂੰ ਲੈ ਕੇ ਤੁਰ ਪਏ। ਮੋਹਨ ਜੀ, ਮੋਹਰੀ ਜੀ, ਜੇਠਾ ਜੀ, ਹੋਰ ਸੇਵਕ ਨਾਲ ਲੈ ਕੇ ਚੱਲ ਪਏ। ਹੁਣ ਸਭ ਤੋਂ ਵੱਡਾ ਤੀਰਥ ਗੁਰੂ ਦਾ ਇਸ਼ਨਾਨ ਖੂਹੀਸਰ, ਡੇਰਾ ਬਾਬਾ ਨਾਨਕ। ਪਹਿਲੇ ਡੇਰਾ ਬਾਬਾ ਨਾਨਕ ਵਿੱਚ ਆਏ। ਇੱਥੋਂ ਦਰਸ਼ਨ ਕਰਕੇ ਫਿਰ ਬਾਬਾ ਸ਼੍ਰੀ ਚੰਦਰ ਜੀ ਦਾ ਤਪ ਅਸਥਾਨ ਟਾਹਲੀ ਸਾਹਿਬ ਵੇਖਿਆ ਤੇ ਫਿਰ ਬਾਹਰਠ ਪੁੱਜ ਗਏ। ਬਾਬਾ ਸ਼੍ਰੀ ਚੰਦਰ ਜੀ ਦਾ ਦਰਸ਼ਨ ਕੀਤਾ, ਨਿਹਾਲੋ ਨਿਹਾਲ ਹੋ ਗਏ। ਬਾਬਾ ਜੀ ਨੇ ਸਾਹਿਬਜ਼ਾਦਿਆਂ ਵੱਲ ਤੱਕਿਆ ਤਾਂ ਮੋਹਨ ਜੀ ਨਜ਼ਰਾਂ ਵਿੱਚ ਚੜ੍ਹ ਗਏ। ਬਚਨ ਕੀਤਾ ਕਿ ਇਹ ਸਾਹਿਬਜ਼ਾਦਾ ਸਾਨੂੰ ਦੇ ਦਿਓ, ਤਾਂ ਗੁਰੂ ਜੀ ਨੇ ਨਿਰਮਤਾ ਨਾਲ ਆਖਿਆ ਕਿ ਭਗਵਾਨ ਜੀ ਸਭ ਕੁਛ ਆਪ ਜੀ ਦਾ ਹੀ ਹੈ, ਲੈ ਲਵੋ, ਆਪ ਮਾਲਕ ਹੋ। ਇਹ ਕਹਿ ਕੇ ਮੋਹਨ ਜੀ ਨੂੰ ਬਾਬਾ ਜੀ ਦੇ ਕੋਲ ਹੀ ਰਹਿਣ ਦਿੱਤਾ। ਮੋਹਨ ਜੀ ਉੱਤੇ ਬਾਬਾ ਜੀ ਦੇ ਉਪਦੇਸ਼ਾਂ ਦਾ ਗੂੜਾ ਅਸਰ ਪਿਆ ਤਾਂ ਬਾਬਾ ਜੀ ਨੇ ਆਪਣਾ ਚੇਲਾ ਥਾਪ ਲਿਆ। ਜੋ ਗੋਇੰਦਵਾਲ ਜਾ ਰਹੇ ਸਨ, ਉਸ ਵੇਲੇ ਪਿਤਾ ਗੁਰੂ ਨਾਨਕ ਜੀ ਦੀ ਬਾਣੀ ਦੀਆਂ ਸੈਂਚੀਆਂ ਮੋਹਨ ਜੀ ਦੇ ਸਪੁਰਦ ਕਰ ਦਿੱਤੀਆਂ ਹੋਈਆਂ ਸਨ ਤੇ ਇਹ ਵੀ ਪੱਕੀ ਕਰ ਦਿੱਤੀ ਹੋਈ ਸੀ ਕਿ ਸੰਭਾਲ ਕੇ ਰੱਖਣੀਆਂ ਹਨ, ਗਵਾਚ ਨਾ ਜਾਣ। ਗੁਰੂ ਜੀ 14 ਦਿਨ ਬਾਰਠ ਸਾਹਿਬ ਰਹੇ ਸਨ। ਫਿਰ ਕੁਰੂਖੇਤਰ ਵੱਲ ਗੁਰੂ ਜੀ ਨੇ ਤਿਆਰੀਆਂ ਕਰ ਲਈਆਂ। ਗੁਰੂ ਰਾਮਦਾਸ ਜੀ ਬਾਰਠ ਸਾਹਿਬ ਪੁੱਜੇ। ਜਦ ਗੁਰੂ ਰਾਮਦਾਸ ਜੀ ਗੁਰਗੱਦੀ 'ਤੇ ਬਿਰਾਜਮਾਨ ਹੋਏ ਤਾਂ ਕੁਝ ਸਮੇਂ ਬਾਅਦ ਵਿਚਾਰ ਕੀਤੀ ਕਿ ਬਾਰਠ ਸਾਹਿਬ ਜਗਤ ਗੁਰੂ ਸ਼ਿਵ ਸਰੂਪ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦਰ ਜੀ ਬਿਰਾਜਮਾਨ ਹਨ। ਕੁਝ ਉਹਨਾਂ ਦੇ ਨਾਲ ਅੰਮ੍ਰਿਤ ਸਰੋਵਰ ਅਤੇ ਨਗਰੀ ਦੀ ਅਰੰਭਤਾ ਵਸਾਉਣ ਦਾ ਵਿਚਾਰ ਕਰਾਂਗੇ, ਕਿਉਂਕਿ ਉਹ ਸਾਡੇ ਗੁਰੂ ਸਰੂਪ ਪੂਜਯੋਗ ਹੀ ਹਨ। ਸਭ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਭਰਪੂਰ ਅਥਾਹ ਸਾਗਰ ਹਨ। ਚੱਲ ਕੇ ਦੀਦਾਰ ਕਰਨੇ ਹਨ ਅਤੇ ਨਾਲੇ ਕੁਝ ਵਿਚਾਰ ਵੀ ਕਰਾਂਗੇ। ਤਾਂ ਕੁਝ ਸਿਆਣੇ ਸਿੱਖ ਪ੍ਰੇਮੀਆਂ ਨੂੰ ਨਾਲ ਲਿਆ ਅਤੇ ਬਾਰਠ ਸਾਹਿਬ ਬਾਬਾ ਜੀ ਦੇ ਆਣ ਕੇ ਦਰਸ਼ਨ ਕੀਤੇ ਅਤੇ ਨਮਸਕਾਰ ਕੀਤੀ। ਅੱਗੋਂ ਬਾਬਾ ਜੀ ਨੇ ਵੀ ਗੁਰੂ ਜੀ ਦਾ ਆਦਰ ਸਤਿਕਾਰ ਪੂਰਾ ਕੀਤਾ। ਬੈਠੇ ਬਚਨ ਬਿਲਾਸ ਚੱਲੇ ਤਾਂ ਭਾਵੇਂ ਬਾਬਾ ਜੀ ਜਾਣ ਹੀ ਗਏ ਸਨ ਕਿ ਜਿਸ ਭਾਵਨਾ ਵਾਸਤੇ ਗੁਰੂ ਜੀ ਆਏ ਹਨ, ਪਰ ਫਿਰ ਵੀ ਪੁੱਛਿਆ ਕਿ ਆਪ ਕਿਸ ਤਰ੍ਹਾਂ ਕਰਕੇ ਆਏ ਹੋ, ਕੀ ਕੁਝ ਭਾਵਨਾ ਹੈ। ਤਾਂ ਗੁਰੂ ਜੀ ਨੇ ਬੇਨਤੀ ਕੀਤੀ
ਕਿ ਅਸੀਂ ਤੀਸਰੇ ਗੁਰੂ ਅਮਰਦਾਸ ਜੀ ਦੀ ਆਗਿਆ ਦੇ ਨਾਲ ਇੱਕ ਨਗਰ ਵਸਾ ਰਹੇ ਹਾਂ, ਜਿਸ ਦਾ ਨਾਮ ਗੁਰੂ ਦਾ ਚੱਕ ਰੱਖਿਆ ਹੈ। ਇਹ ਸੰਮਤ 1631 ਦੀ ਵਾਰਤਾ ਹੈ ਅਤੇ 1634 ਵਿੱਚ ਇੱਕ ਤਲਾਬ ਪਟਵਾਉਣ ਦੀ ਆਰੰਭਤਾ ਵੀ ਕੀਤੀ ਹੈ। ਇਸ ਨਗਰ ਦਾ ਨਾਮ ਪਿੱਛੋਂ ਰਾਮਦਾਸਪੁਰਾ ਵੀ ਪ੍ਰਸਿੱਧ ਹੋਇਆ ਸੀ। ਇੱਕ ਵਾਰ ਸੰਮਤ 1606 ਵਿਕਰਮੀ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਸੰਗਤਾਂ ਦੇ ਨਾਲ ਫਿਰਦੇ ਫਿਰਾਂਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਇੱਥੇ ਦੀ ਉਪਮਾ ਸੁਣ ਕੇ ਇੱਥੇ ਆਏ, ਔਰ ਇਸ ਕੱਚੇ ਤਲਾਅ ਜੋ ਕਿ ਪਹਿਲੇ ਇੱਕ ਢਾਬ ਜਾਂ ਛੱਪਰੀ ਦੇ ਰੂਪ ਵਿੱਚ ਹੀ ਸੀ, ਇੱਥੇ ਬੈਠ ਕੇ ਸੰਗਤਾਂ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਕਰ ਰਹੇ ਸਨ। ਗੁਰੂ ਅੰਗਦ ਦੇਵ ਜੀ ਦੇ ਇੱਕ ਅੰਗੂਠੇ 'ਤੇ ਜੋ ਸਦਾ ਦਰਦ ਰਿਹਾ ਕਰਦੀ ਸੀ, ਇਸ ਦੇ ਦੂਰ ਕਰਨ ਵਾਸਤੇ ਇੱਕ ਜੜੀ ਬੂਟੀ ਪ੍ਰਾਪਤ ਹੋਈ। ਉਸ ਬੂਟੀ ਦਾ ਨਾਮ ਅੰਮ੍ਰਿਤੀ ਸੀ, ਜਿਸ ਦੇ ਵਰਤਣ ਨਾਲ ਆਰਾਮ ਹੋ ਗਿਆ। ਇਸ ਕਰਕੇ ਵੀ ਇਸ ਨਗਰੀ ਦਾ ਨਾਮ ਅੰਮ੍ਰਿਤਸਰ ਪ੍ਰਸਿੱਧ ਹੋਇਆ। ਤਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਵਾਰਤਾ ਸੁਣ ਕੇ ਵਿਸ਼ਵਾਸ ਕੀਤਾ। ਇਸ ਵਾਸਤੇ ਆਪ ਇੱਥੇ ਇੱਕ ਕਸਬਾ ਵਸਾਉਣ ਦੇ ਆਹਰ ਵਿੱਚ ਲੱਗੇ ਹੋਏ ਸਨ। ਇਸ ਵਕਤ ਗੁਰੂ ਰਾਮਦਾਸ ਜੀ ਸੋਢੀ ਦਾ ਘਰ ਲਾਹੌਰ ਸ਼ਹਿਰ ਮਹਿਲਾਂ ਸੋਢੀਆਂ ਵਿੱਚ ਸੀ, ਜੋ ਜ਼ਾਲਮ ਕਾਜ਼ੀਆਂ ਨੇ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਸੀ, ਅਤੇ ਪਿੰਡ ਗੋਇੰਦਵਾਲ ਵਿੱਚ ਤਿੰਨਾਂ ਪੁੱਤਰਾਂ ਅਤੇ ਬੀਬੀ ਭਾਨੀ ਜੀ ਦੇ ਰਹਿਣ ਵਾਸਤੇ ਥਾਂ ਥੋੜ੍ਹੀ ਵੇਖ ਕੇ, ਨਾਲੇ ਕੁਛ ਰੌਣਕ ਦੀ ਵੀ ਘਾਟ ਜਾਣ ਕੇ ਇੱਥੇ ਇੱਕ ਨਵਾਂ ਕਸਬਾ ਵਸਾਉਣ ਦੀ ਤਜਵੀਜ਼ ਸੋਚੀ। ਅੰਤ ਜੱਟਾਂ ਤੋਂ ਜ਼ਮੀਨ ਖਰੀਦ ਕੇ ਹਾੜਵਦੀ ਇਕਾਦਸ਼ੀ ਸੰਮਤ 1619 ਵਿਕਰਮੀ ਨੂੰ ਰਾਮਦਾਸਪੁਰੇ ਦੀ ਨੀਂਹ ਰੱਖ ਦਿੱਤੀ ਅਤੇ ਉਸ ਤਲਾਬ ਦਾ ਨਾਮ ਅੰਮ੍ਰਿਤਸਰ ਰੱਖ ਦਿੱਤਾ ਸੀ। ਤਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਬਾ ਸ਼੍ਰੀ ਚੰਦਰ ਜੀ ਨੂੰ ਸਾਰੀ ਵਾਰਤਾ ਸੁਣਾ ਦਿੱਤੀ। ਸੁਣ ਕੇ ਬਾਬਾ ਜੀ ਬਹੁਤ ਪ੍ਰਸੰਨ ਵੀ ਹੋਏ। ਤਾਂ ਬਾਬਾ ਜੀ ਨੇ ਉਹਨਾਂ ਦੀ ਨਿਮਰਤਾ ਦੀ ਪ੍ਰੀਖਿਆ ਲੈਣ ਵਾਸਤੇ ਕਿਹਾ ਕਿ ਇਹ ਤਾਂ ਤੁਸਾਂ ਜੋ ਕੀਤਾ ਹੈ ਸੋ ਠੀਕ ਹੀ ਕੀਤਾ ਹੈ, ਪਰ ਤੁਸਾਂ ਨੇ ਇੰਨਾ ਵੱਡਾ ਦਾੜਾ ਕਿਉਂ ਵਧਾਇਆ ਹੈ? ਤਾਂ ਗੁਰੂ ਜੀ ਨੇ ਬਹੁਤ ਹੀ ਨਿਰਮਤਾ ਸਹਿਤ ਕਿਹਾ ਕਿ ਆਪ ਜੀ ਜੈਸੇ ਮਹਾਨ ਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਵਧਾਇਆ ਹੈ। ਇੰਨਾ ਕਹਿ ਕੇ ਬਾਬਾ ਜੀ ਨੇ ਆਪਣੇ ਦਾੜੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਸਾਫ਼ ਕਰਨੇ ਸ਼ੁਰੂ ਕਰ ਦਿੱਤੇ। ਤਾਂ ਬਾਬਾ ਜੀ ਦੀ ਇੰਨੀ ਨਿਰਮਤਾ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਬਹੁਤ ਸਾਰੇ ਵਰਦਾਨ ਵੀ ਦਿੱਤੇ ਅਤੇ ਆਖਿਆ ਕਿ ਜੋ ਤੁਸਾਂ ਨੇ ਨਵੇਂ ਕਸਬੇ ਦਾ ਨਾਮ ਗੁਰੂ ਦਾ ਚੱਕ ਜਾਂ ਰਾਮਦਾਸਪੁਰਾ ਰੱਖਿਆ ਹੈ, ਤੁਸੀਂ ਇੱਕੋ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨਾਮ ਰੱਖ ਦੇਵੋ, ਤਾਂ ਇਹ ਅੰਮ੍ਰਿਤ ਦਾ ਸਾਗਰ ਹੀ ਹੋ ਜਾਵੇਗਾ। ਤਾਂ ਬਾਬਾ ਜੀ ਨੇ ਸਰੋਵਰ ਸੰਬੰਧੀ ਇਹ ਵੀ ਵਰ ਦਿੱਤਾ, ਤੁਮਰੀ ਮਹਿਮਾ ਅਦਕ ਹੈ ਕਹਿਓ ਕਾਹ ਵਡਾਹੇ, ਤੁਮਰੇ ਸਰ ਮਹਿ ਜੋ ਮੁਝੇ ਪਾਪੀ ਵੀਗਤ ਪਾਹੇ। ਨੋਟ: ਸ੍ਰੀ ਅੰਮ੍ਰਿਤਸਰ ਦੇ ਸਰੋਵਰ ਵਿੱਚ ਜਲ ਹੰਸਲੀ ਦੇ ਰਾਹੀਂ ਪੈਂਦਾ ਹੈ, ਜੋ ਨਿਰਵਾਣ ਪ੍ਰੀਤਮ ਦਾਸ ਜੀ ਦੇ ਅਤੇ ਨਿਰਵਾਣ ਬਾਬਾ ਸੰਤੋਖ ਦਾਸ ਜੀ ਦੇ ਰਾਹੀਂ ਸੰਮਤ 1838 ਵਿੱਚ ਪਿੰਡੋਂ ਪਿੰਡ ਦੁਆਰਾ ਰਾਵੀ ਤੋਂ ਲਿਆਂਦਾ ਸੀ ਅਤੇ ਜੋ ਹੁਣ ਸੰਮਤ 1923 ਤੋਂ ਬਾਰੀ ਦੁਆਬ ਵਾਲੀ ਨਹਿਰ ਵਿੱਚੋਂ ਲੈ ਕੇ ਉਸੇ ਹੰਸਲੀ ਦੇ ਪਾਣੀ ਰਾਹੀਂ ਪਾਣੀ ਤਲਾਬ ਵਿੱਚ ਪਾਇਆ ਜਾਂਦਾ ਹੈ।
ਨਿਰਵਾਣ ਪ੍ਰੀਤਮ ਦਾਸ ਜੀ ਦੇ ਅਤੇ ਨਿਰਵਾਣ ਸੰਤੋਖ ਦਾਸ ਜੀ ਕਰਨੀ ਦੇ ਪੂਰੇ ਮਹਾਂਪੁਰਸ਼ ਹੋਏ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਬਾਰਠ ਸਾਹਿਬ ਪੁੱਜੇ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣਾ ਅੰਤ ਸਮਾਂ ਨੇੜੇ ਦੇਖ ਕੇ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ 'ਤੇ ਅਸਥਾਪਨ ਕਰ ਦਿੱਤਾ। ਪਰ ਵੱਡੇ ਸਾਹਿਬਜ਼ਾਦੇ ਪ੍ਰਿਥੀ ਚੰਦ ਨੇ ਬਹੁਤ ਵਿਰੋਧ ਕੀਤਾ ਕਿ ਗੁਰੂ ਜੀ ਨੂੰ ਅੰਮ੍ਰਿਤਸਰ ਛੱਡ ਕੇ ਸ੍ਰੀ ਗੋਇੰਦਵਾਲ ਜਾ ਕੇ ਰਹਿਣਾ ਪਿਆ। ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਨ ਮਗਰੋਂ ਗੁਰੂ ਜੀ ਕਾਫੀ ਸਮਾਂ ਗੋਇੰਦਵਾਲ ਸਾਹਿਬ ਹੀ ਰਹੇ। ਆਖਿਰ ਜਦ ਅੰਮ੍ਰਿਤਸਰ ਆਏ ਤਾਂ ਮਨ ਵਿੱਚ ਬਾਬਾ ਸ਼੍ਰੀ ਚੰਦਰ ਜੀ ਦੇ ਦਰਸ਼ਨਾਂ ਦੀ ਚਾਹਨਾ ਹੋ ਗਈ ਅਤੇ ਨਾਲੇ ਕੁਝ ਬਾਣੀ ਦਾ ਵੀ ਉਚਾਰਨ ਕਰ ਰਹੇ ਸਨ। ਤਾਂ ਇੱਕ ਦਿਨ ਬਾਬਾ ਜੀ ਦੇ ਪਾਸ ਬਾਰਠ ਸਾਹਿਬ ਆਣ ਪਹੁੰਚੇ। ਬਾਬਾ ਜੀ ਦੇ ਚਰਨ ਕਮਲਾਂ 'ਤੇ ਨਮਸਕਾਰ ਕੀਤੀ। ਬਹੁਤ ਹੀ ਪ੍ਰਸੰਨ ਹੋਏ ਤਾਂ ਬਾਬਾ ਜੀ ਨੇ ਵੀ ਬਹੁਤ ਹਿਤ ਪਿਆਰ ਕੀਤਾ। ਇਸ ਵਕਤ ਸ੍ਰੀ ਗੁਰੂ ਜੀ ਦੀ ਅਵਸਥਾ 45 ਵਰਸ਼ ਦੀ ਸੀ ਅਤੇ ਸ੍ਰੀ ਬਾਬਾ ਜੀ ਦੀ ਅਵਸਥਾ 104 ਵਰਸ਼ ਦੀ ਦੱਸੀ ਹੈ। ਬਾਬਾ ਜੀ ਨੇ ਬਾਰਠ ਸਾਹਿਬ ਆਉਣ ਦਾ ਕਾਰਨ ਪੁੱਛਿਆ ਕਿ ਆਓ ਕਿਸ ਤਰ੍ਹਾਂ ਆਉਣਾ ਹੋਇਆ ਹੈ। ਤਾਂ ਗੁਰੂ ਜੀ ਨੇ ਬੇਨਤੀ ਕੀਤੀ ਕਿ ਅਸਾਂ ਇੱਕ ਗ੍ਰੰਥ ਤਿਆਰ ਕਰਨ ਦੀ ਵਿਚਾਰ ਕੀਤੀ ਹੈ। ਇਸ ਵਾਸਤੇ ਜੋ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਪ ਜੀ ਦੇ ਪਾਸ ਹੈ, ਤੁਸੀਂ ਸਾਨੂੰ ਬਖਸ਼ਿਸ਼ ਕਰ ਦੇਵੋ ਤਾਂ ਕਿ ਇਹ ਬਾਣੀ ਉਸ ਗ੍ਰੰਥ ਵਿੱਚ ਮੁੱਖ ਚੜ੍ਹ ਜਾਵੇ। ਅਤੇ ਦੂਸਰੀ ਇਹ ਸੁਖਮਣੀ ਦੇ ਨਾਮ ਦੇ ਉੱਤੇ ਅਸਾਂ ਬਾਣੀ ਰਚੀ ਹੈ। ਇਸ ਦੀਆਂ 16 ਅਸ਼ਟਪਦੀਆਂ ਦੀ ਰਚਨਾ ਹੋ ਚੁੱਕੀ ਹੈ। ਤਾਂ ਜੋ 16,000 ਅੱਖਰਾਂ ਵਿੱਚ ਰਚਨਾ ਹੋਈ ਹੈ ਤਾਂ ਗੁਰੂ ਜੀ ਨੇ ਇਹ 16 ਅਸ਼ਟਪਦੀਆਂ ਬਾਬਾ ਜੀ ਨੂੰ ਸੁਣਾਈਆਂ। ਬਾਬਾ ਜੀ ਸੁਣ ਕੇ ਬਹੁਤ ਹੀ ਪ੍ਰਸੰਨ ਹੋਏ ਅਤੇ ਹੁਕਮ ਕੀਤਾ ਕਿ ਤੁਸੀਂ 24 ਅਸ਼ਟਪਦੀਆਂ ਪੂਰੀਆਂ ਕਰ ਦੇਵੋ ਕਿ 24,000 ਅੱਖਰ ਪੂਰਾ ਹੋ ਜਾਵੇ। ਆਦਮੀ ਦੇ ਸਵਾਸਾਂ ਦੀ ਗਿਣਤੀ 24,000 ਦੀ ਹੈ ਜੋ ਕਿ 24 ਘੜੀਆਂ ਵਿੱਚ ਪੂਰੇ ਹੁੰਦੇ ਹਨ। ਤਾਂ ਗੁਰੂ ਜੀ ਨੇ ਬੇਨਤੀ ਕੀਤੀ ਕਿ ਬਾਬਾ ਜੀ ਅੱਗੇ ਬਾਣੀ ਚੱਲ ਨਹੀਂ ਰਹੀ, ਆਪ ਕਿਰਪਾ ਕਰੋ। ਆਪ ਜੀ ਦੀ ਕਿਰਪਾ ਨਾਲ ਹੀ ਚੱਲ ਸਕਦੀ ਹੈ। ਤਾਂ ਬਾਬਾ ਜੀ ਨੇ ਆਖਿਆ ਕਿ ਚੱਲੇਗੀ। ਤਾਂ ਫਿਰ ਬਾਬਾ ਜੀ ਨੇ 17ਵਾਂ ਸ਼ਲੋਕ ਮੂਲ ਮੰਤਰ ਉਚਾਰਨ ਕੀਤਾ ਅਤੇ ਕੇਵਲ ਬਿਹਾਰੀ ਦੀ ਥਾਂ ਸਿਹਾਰੀ ਦਾ ਫਰਕ ਦੋਹਾਂ ਥਾਵਾਂ 'ਤੇ ਪਾ ਦਿੱਤਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੈ ਪੈ ਸੱਚ ਨਾਨਕ ਹੋਸੀ ਭੈ ਸੱਚ। ਤਾਂ ਅੱਗੇ ਬਾਣੀ ਆਰੰਭ ਹੋ ਗਈ। ਇਹ ਵੀ ਉਚਾਰਨ ਹੋ ਕੇ ਪੂਰੀਆਂ 24 ਸੰਪੂਰਨ ਹੋ ਗਈਆਂ। ਜਦ ਬਾਬਾ ਜੀ ਨੇ ਪੂਰੀਆਂ ਸੁਣੀਆਂ ਜਿਸ ਵਿੱਚ 24,000 ਪੂਰਾ ਅੱਖਰ ਆਇਆ ਹੈ ਤਾਂ ਬਾਬਾ ਜੀ ਨੇ ਵਰ ਦਿੱਤਾ ਕਿ ਜੋ ਪੜ੍ਹੇਗਾ ਅਤੇ ਸੁਣੇਗਾ ਉਸ ਦੇ 24 ਘੜੀਆਂ ਦੇ 24,000 ਸਵਾਸ ਸਫਲਾ ਹੋਣਗੇ ਅਤੇ ਅੰਤ ਮੋਖ ਦੇ ਦੁਆਰ ਨੂੰ ਪ੍ਰਾਪਤ ਹੋਵੇਗਾ। ਬਾਅਦ ਵਿੱਚ ਜੋ ਧਰਮ ਚੰਦ ਜੀ ਕੋਲ ਸ੍ਰੀ ਜਪਜੀ ਵਾਲੀ ਪੋਥੀ ਗੁਰੂ ਜੀ ਨੂੰ ਦੇ ਦਿੱਤੀ ਅਤੇ ਆਖਿਆ ਕਿ ਬਾਕੀ ਮੋਹਨ ਜੀ ਦੇ ਪਾਸ ਗੋਇੰਦਵਾਲ ਹਨ, ਉਹ ਜਾ ਕੇ ਲੈ ਲਵੋ। ਇਹ ਬਾਰਠ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦੁਬਾਰਾ ਜਾਣਾ। ਜਦ ਗੁਰੂ ਜੀ ਨੇ ਤਰਨ ਤਾਰਨ ਦਾ ਸਰੋਵਰ ਸੰਪੂਰਨ ਕੀਤਾ, ਵਿੱਚ ਜਲ ਨਾ ਠਹਿਰਾਇਆ, ਇਸੀ ਵਾਰ 3 ਵਾਰੀ ਜਲ ਪਾਇਆ
ਤਿੰਨੇ ਵਾਰ ਹੀ ਜਲਦੀ ਹੀ ਤਜਾਂਦਾ ਰਿਹਾ। ਤਾਂ ਗੁਰੂ ਜੀ ਬਾਬਾ ਸ਼੍ਰੀ ਚੰਦਰ ਜੀ ਦੇ ਬਹੁਤ ਭਰੋਸਾ ਅਤੇ ਸ਼ਰਧਾ ਵੀ ਰੱਖਦੇ ਸੀ। ਵਿਚਾਰ ਕੇ ਬਾਬਾ ਜੀ ਦੇ ਪਾਸ ਪਹੁੰਚੇ, ਬੇਨਤੀ ਕੀਤੀ ਕਿ ਮਹਾਰਾਜ ਜੀ, ਸਰੋਵਰ ਵਿੱਚ ਜਲ ਨਹੀਂ ਠਹਿਰਦਾ। ਤਾਂ ਬਾਬਾ ਜੀ ਨੇ ਆਖਿਆ ਕਿ ਇੱਕ ਗਾਗਰ ਇਸ ਸਾਡੀ ਬੌਲੀ ਸਾਹਿਬ ਤੋਂ ਭਰ ਕੇ ਲੈ ਜਾਵੋ, ਸਰੋਵਰ ਵਿੱਚ ਪਾ ਦੇਵੋ, ਤਾਂ ਜਲ ਵੀ ਠਹਿਰ ਜਾਵੇਗਾ ਅਤੇ ਜੋ ਸ਼ਰਧਾ ਕਰਕੇ ਇਸ਼ਨਾਨ ਵੀ ਕਰੇਗਾ ਉਸ ਦੇ ਦੁੱਖ ਰੋਗ ਦੂਰ ਹੋ ਕੇ ਮਨੋਕਾਮਨਾ ਪੂਰੀਆਂ ਹੋਣਗੀਆਂ। ਤਾਂ ਬੌਲੀ ਸਾਹਿਬ ਤੋਂ ਜਲ ਦੀ ਗਾਗਰ ਲਿਆ ਕੇ ਤਰਨ ਤਾਰਨ ਵਾਲੇ ਸਰੋਵਰ ਵਿੱਚ ਪਾਈ। ਜਲ ਵੀ ਠਹਿਰ ਗਿਆ ਅਤੇ ਦੁੱਖ ਰੋਗ ਦੂਰ, ਮਨੋਕਾਮਨਾ ਪੂਰੀਆਂ ਹੋਣ ਲੱਗੀਆਂ। ਜੋ ਕੋਈ ਸ਼ਰਧਾ ਨਾਲ ਚੱਲ ਕੇ ਆਉਂਦਾ ਹੈ ਸੋ ਲਾਭ ਪ੍ਰਾਪਤ ਕਰਦਾ ਹੈ। ਛੇਵੇਂ ਗੁਰੂ ਜੀ ਬਾਰਠ ਸਾਹਿਬ ਪਹੁੰਚੇ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਜੀ ਦੇ ਦਰਸ਼ਨਾਂ ਨੂੰ ਬਾਰਠ ਸਾਹਿਬ ਪਹੁੰਚੇ। ਚਾਰੇ ਸਾਹਿਬਜ਼ਾਦੇ ਵੀ ਨਾਲ ਸਨ ਅਤੇ ਪੰਜਵੇਂ ਤੋਂ ਪਹਿਲੇ ਹੀ ਬਾਬਾ ਟਲ ਰਾਏ ਜੀ ਜੋਤੀ ਜੋਤ ਸਮਾ ਚੁੱਕੇ ਸਨ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਅਤੇ ਬਾਬਾ ਤੇਗ ਬਹਾਦਰ ਜੀ। ਗੁਰੂ ਜੀ ਬਾਬਾ ਜੀ ਨੂੰ ਨਮਸਕਾਰ ਕਰਕੇ ਬੈਠ ਗਏ ਤੇ 500 ਰੁਪਏ ਅਤੇ ਇੱਕ ਘੋੜਾ ਬਾਬਾ ਜੀ ਦੀ ਭੇਟਾ ਕੀਤਾ। ਬਾਬਾ ਜੀ ਨੇ ਸਾਹਿਬਜ਼ਾਦਿਆਂ ਨਾਲ ਗੂੜ੍ਹਾ ਹਿੱਤ ਕੀਤਾ, ਆਸ਼ੀਰਵਾਦਾਂ ਦਿੱਤੀਆਂ। ਇੱਥੇ ਹੀ ਬਾਬਾ ਗੁਰਦਿੱਤਾ ਜੀ ਨੂੰ ਗੁਰੂ ਜੀ ਨੇ ਬਾਬਾ ਜੀ ਦੀ ਭੇਂਟ ਕੀਤਾ ਸੀ। ਸੋ ਬਾਬਾ ਜੀ ਨੇ ਉਦਾਸੀਨ ਮਰਿਆਦਾ ਅਨੁਸਾਰ ਆਪਣਾ ਚੇਲਾ ਕੀਤਾ ਸੀ ਤੇ ਮੁੱਖੋਂ ਵਰ ਬਖਸ਼ਿਆ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ। ਤਾਂ ਫਿਰ ਦੂਸਰੇ ਆਪਣੇ ਤਿੰਨਾਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਜੀ ਸ੍ਰੀ ਅੰਮ੍ਰਿਤਸਰ ਆ ਗਏ। ਇੱਕ ਹੋਰ ਇਤਿਹਾਸ ਦਾ ਲੇਖ ਦੱਸਦਾ ਹੈ ਕਿ ਜਿਸ ਜੰਗਲ ਦੀ ਧਰਤੀ ਵਿੱਚ ਸ੍ਰੀ ਅੰਮ੍ਰਿਤਸਰ ਆਬਾਦ ਹੋਇਆ ਹੈ, ਸੁਣਿਆ ਜਾਂਦਾ ਹੈ ਕਿ ਇੱਥੇ ਪਿਛਲੇ ਜ਼ਮਾਨੇ ਅੰਦਰ ਰਾਵੀ ਨਦੀ, ਬਿਆਸ ਨਦੀ ਇਸ ਅਸਥਾਨ ਦੇ ਨੇੜੇ ਦੀ ਵਗਦੇ ਸੀ ਜਿੱਥੇ ਹੁਣ ਦਰਬਾਰ ਸਾਹਿਬ ਹੈ। ਇੱਥੇ ਇੱਕ ਢਾਬ ਸਵੱਛ ਪਾਣੀ ਦੀ ਭਰੀ ਔਰ ਆਸ-ਪਾਸ ਘਣਾ ਜੰਗਲ ਹੀ ਸੀ। ਇਸ ਦਾ ਨਜ਼ਾਰਾ ਅਨੋਖਾ ਅਤੇ ਅਜਿਹਾ ਹੁੰਦਾ ਸੀ ਕਿ ਮੁਰਦੇ ਦਿਲ ਨੂੰ ਦਰਸ਼ਨ ਮਾਤਰ ਤੇ ਸੁਰਜੀਤ ਕਰਨ ਹਾਰਾ ਸੀ। ਇਸੇ ਕਾਰਨ ਇੱਥੇ ਬਹੁਤ ਹੀ ਬੜੀ ਰੌਣਕ ਸੀ। ਰਿਸ਼ੀ ਮੁਨੀ ਸਾਧੂ ਸੰਤ ਇੱਥੇ ਆ ਕੇ ਪ੍ਰਮਾਤਮਾ ਦੇ ਧਿਆਨ ਵਿੱਚ ਮਗਨ ਹੋਏ, ਅਰਥਾਤ ਭਜਨ ਬੰਦਗੀ ਕਰਦੇ ਰਿਹਾ ਕਰਦੇ ਸਨ। ਵੇਦ ਵਿਆਸ ਇੱਥੇ ਹੀ ਪੈਦਾ ਹੋਇਆ ਕਿਉਂਕਿ ਪਰਾਸਰ ਮੁਨੀ ਇੱਥੇ ਹੀ ਨਿਵਾਸ ਕਰਿਆ ਕਰਦਾ ਸੀ। ਰਾਮਾਸਵ ਮੇਦ ਵਿੱਚੋਂ ਬਿਰਤਾਂਤ ਮਿਲਦਾ ਹੈ ਕਿ ਬ੍ਰਹਮ ਰਿਸ਼ੀ ਵਾਲਮੀਕ ਵੀ ਇੱਥੇ ਹੀ ਨਿਵਾਸ ਕਰਦਾ ਸੀ। ਇਸ ਸਥਾਨ ਪਰ ਸੀਤਾ ਸਤਵੰਤੀ ਨੇ ਆਪਣੇ ਬਨਵਾਸ ਦੇ ਦਿਨ ਇਸੇ ਰਿਸ਼ੀ ਦੇ ਸਹਾਰੇ ਕੱਟੇ ਸਨ, ਬਤੀਤ ਕੀਤੇ ਸਨ। ਇੱਥੇ ਹੀ ਲਵ ਕੁਸ਼ ਦੋਨੋਂ ਪੁੱਤਰ ਪੈਦਾ ਹੋਏ ਸਨ ਜੋ ਕਿ ਰਿਸ਼ੀ ਜੀ ਦੀ ਕਿਰਪਾ ਦੁਆਰਾ ਹਰ ਇੱਕ ਵਿੱਦਿਆ ਵਿੱਚ ਉੱਚ ਸ਼੍ਰੇਣੀ ਦੇ ਚਤੁਰ ਗਿਣੇ ਜਾਂਦੇ ਸਨ ਅਤੇ ਲਵ ਨੇ ਆਪਣੇ ਬਾਹੂਬਲ ਦੁਆਰਾ ਲਾਹੌਰ ਅਤੇ ਕੁਸ਼ੂ ਨੇ ਕਸੂਰ ਬੰਨ੍ਹ ਕੇ ਆਪਣਾ ਰਾਜ ਕਾਇਮ ਕਰ ਲਿਆ। ਇੱਧਰ ਇਸੇ ਹੀ ਲਵ ਦੀ ਵੰਸ਼ ਵਿੱਚੋਂ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ
ਇਸ ਤੋਂ ਪਹਿਲੇ ਇਸ ਦੀ ਪਵਿੱਤਰਤਾ ਤਥਾ ਇਸ ਦਾ ਮਹਾਤਮ ਕਿਸੇ ਰਿਸ਼ੀ ਮੁਨੀ ਨੂੰ ਨਹੀਂ ਸਮਝ ਆਇਆ। ਸਿਰਫ ਢਾਬ ਦਾ ਪਾਣੀ ਪੀ ਕੇ ਠੰਡੀ ਬਿਰਛਾਂ ਦੀ ਛਾਇਆ ਹੇਠ ਘੜੀ ਦੋ ਘੜੀ ਆਰਾਮ ਕਰਕੇ ਐਰ ਜੰਗਲੀ ਫਲ ਫੁੱਲ ਖਾ ਕੇ ਆਪਣਾ ਭਗਤੀ ਸਿਮਰਨ ਕਰਨਾ ਅਤੇ ਤੁਰ ਜਾਣਾ। ਜਦ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਨੂੰ ਜਾ ਰਹੇ ਸਨ ਤਾਂ ਜਿੱਥੇ ਹੁਣ ਹਰਿਮੰਦਰ ਸਾਹਿਬ ਹੈ, ਉਸ ਵੇਲੇ ਇੱਥੇ ਇੱਕ ਢਾਬ ਜਲ ਨਾਲ ਭਰਪੂਰ ਭਰੀ ਪਈ ਸੀ ਤਾਂ ਅਤਿਅੰਤ ਰਮਣੀਕ ਸਥਾਨ ਵੇਖ ਕੇ ਬੈਠ ਗਏ ਅਰ ਮੁਖ ਤੋਂ ਬਚਨ ਹੋਇਆ ਕਿ ਪਾਕੀ ਨਾਈ ਪਾਕ ਥਾਨ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।